ਕੱਲ ਰਾਤ ਵੱਡਾ ਇੱਕ ਫੈਸਲਾ ਹੋਇਆ ਸੀ। ਕਾਂਗਰਸ ਦੀ ਸਿਆਸਤ ਵਿੱਚ ਬਹੁਤ ਵੱਡੀ ਖਬਰ ਆਈ ਸੀਗੀ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਪੰਜਾਬ ਕਾਂਗਰਸ ਦਾ, ਤੇ ਉਹਦੇ ਨਾਲ-ਨਾਲ 4 ਵਰਕਿੰਗ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਵੀ ਅਪਾਇੰਟ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਕੁਲਜੀਤ ਸਿੰਘ ਨਾਗਰਾ ਨੇ, ਐਮਐਲਏ ਫਤਿਹਗੜ੍ਹ ਸਾਹਿਬ ਤੋਂ। ਕੁਲਜੀਤ ਸਿੰਘ ਨਾਗਰਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਲਈ ਗੱਲਬਾਤ ਕਰਾਂਗੇ। ਨਾਗਰਾ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜੀ। ਥੈਂਕ ਯੂ। ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਸੋਚਿਆ ਸੀਗਾ ਕਿ ਤੁਹਾਡਾ ਵੀ ਨਾਮ ਆਏਗਾ, ਜਿਹੜੇ ਕਿਉਂਕਿ ਪਹਿਲਾਂ ਕਹਿ ਰਹੇ ਸੀ ਸ਼ਾਇਦ 2 ਕਾਰਜਕਾਰੀ ਪ੍ਰਧਾਨ ਲਾਏ ਜਾਣਗੇ, ਫਿਰ ਕਹਿ ਰਹੇ ਸੀ ਸ਼ਾਇਦ 4 ਲਾਏ ਜਾਣਗੇ, ਪਰ ਜੋ ਵੀ ਚੱਲ ਰਿਹਾ ਸੀ ਤੁਹਾਨੂੰ ਲੱਗਦਾ ਸੀ ਤੁਹਾਡਾ ਨਾਮ ਆਏਗਾ? ਕੁਲਜੀਤ ਸਿੰਘ ਨਾਗਰਾ ਨੇ ਕਦੀ ਵੀ ਜਿੱਦਣ ਦੀ, ਚਾਹੇ ਮੈਂ ਕਾਲੇ ਦਾ ਪ੍ਰਧਾਨ ਬਣਿਆ, ਚਾਹੇ ਯੂਨੀਵਰਸਿਟੀ ਦਾ ਬਣਿਆ, ਚਾਹੇ ਪੂਸੂ ਦਾ ਪ੍ਰਧਾਨ ਬਣਿਆ, ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦਾ, ਚਾਹੇ ਆਈਵਾਈਸੀ ਦਾ ਜਨਰਲ ਸੈਕਟਰੀ ਬਣਿਆ, ਚਾਹੇ ਕਿਸਾਨ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਿਆ, ਚਾਹੇ ਸੈਕਟਰੀ ਏਆਈਸੀਸੀ ਬਣਿਆ ਇੰਚਾਰਜ ਦਿੱਲੀ, ਤੇ ਚਾਹੇ CWC ਦਾ ਮੈਂਬਰ ਬਣਿਆ ਇੰਚਾਰਜ ਤ੍ਰਿਪੁਰਾ, ਨਾਗਾਲੈਂਡ ਤੇ ਸਿੱਕਮ ਦਾ, ਕਦੀ ਵੀ ਇਹ ਦਿਮਾਗ 'ਚ ਨਹੀਂ ਰੱਖਿਆ ਕਿ ਕਿਸੇ ਅਹੁਦੇ ਲਈ ਕੰਮ ਕਰਨਾ ਆ, ਔਰ ਕਦੀ ਅਹੁਦਿਆਂ ਦੇ ਪਿੱਛੇ ਨਹੀਂ ਗਏ। ਔਰ ਹਮੇਸ਼ਾ ਪਾਰਟੀ ਨੂੰ ਇੱਕੋ ਗੱਲ ਕਹੀ, ਕਿਉਂਕਿ ਪਾਰਟੀ ਨੇ ਇੰਨਾ ਕੁਝ ਦਿੱਤਾ, ਮੇਰੇ ਸਾਥੀਆਂ ਨੇ, ਲੋਕਾਂ ਨੇ ਇੰਨਾ ਕੁਝ ਦਿੱਤਾ ਜਿਹੜਾ ਮੇਰੀ ਔਕਾਤ ਤੋਂ ਕਈ ਗੁਣਾ ਜ਼ਿਆਦਾ ਹੈ। ਤੇ ਇਸ ਕਰਕੇ ਹਮੇਸ਼ਾ ਇੱਕੋ ਹੀ ਗੱਲ ਕਰੀਦੀ ਸੀਗੀ, ਜਿਹੜੀ ਵੀ ਜਥੇਬੰਦੀ ਦੇ ਵਿੱਚ, ਜੇ ਮੈਂ ਸਟੂਡੈਂਟ ਆਰਗੇਨਾਈਜੇਸ਼ਨ 'ਚ ਰਿਹਾ ਤੇ ਆਪਣੀ ਜਥੇਬੰਦੀ ਦੀ ਸੁੱਖ ਮੰਗਦਾ ਰਿਹਾ, ਉਹਦੇ ਲਈ ਜੋ ਮੇਰੀ ਜ਼ਿੰਮੇਵਾਰੀ ਬਣਦੀ ਸੀ ਉਹਨੂੰ ਕਰਦਾ ਰਿਹਾ, ਕਿਉਂਕਿ ਮੈਂ ਤਾਂ ਇੱਕ ਸਧਾਰਨ ਪਰਿਵਾਰ 'ਚੋਂ ਸੀਗਾ, ਇੱਕ ਗੈਰ ਸਿਆਸੀ ਪਰਿਵਾਰ 'ਚੋਂ ਸੀਗਾ, ਤੇ ਇੱਕੋ ਹੀ ਸੋਚ ਹੁੰਦੀ ਸੀਗੀ ਕਿ ਕੰਮ ਕਰਨਾ ਹੈ। ਤੇ ਮੈਨੂੰ ਅਜੇ ਤੱਕ ਦਾ ਮੇਰਾ ਜ਼ਿੰਦਗੀ ਦਾ ਤਜਰਬਾ ਹੈਗਾ ਕਿ ਕੰਮ ਕਰਨ ਵਾਲੇ ਦੀ ਪਛਾਣ ਆਪ ਹੀ ਹੁੰਦੀ ਹੈ, ਉਹਨੂੰ ਕਹਿਣਾ ਨਹੀਂ ਪੈਂਦਾ, ਕਿਉਂਕਿ ਜੇ ਤੁਹਾਡੇ ਵਿੱਚ ਕੋਈ ਚੱਲਣ ਦੀ ਸਮਰੱਥਾ ਆ ਤੇ ਤੁਹਾਨੂੰ ਰਸਤਾ ਮਿਲ ਹੀ ਜਾਂਦਾ ਆ। ਸੋ ਇਸ ਕਰਕੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ, ਜਿਹੜੀ ਜ਼ਿੰਮੇਵਾਰੀ ਕਦੀ ਵੀ ਪਾਰਟੀ ਨੇ ਦਿੱਤੀ ਹੈ। ਪਾਰਟੀ ਸਾਨੂੰ ਉੱਤੇ ਬਿਠਾ ਦੇ, ਥੱਲੇ ਬਿਠਾ ਦੇ, ਵਿਚਾਲੇ ਬਿਠਾ ਦੇ, ਕਿਤੇ ਬਿਠਾ ਦੇ, ਕਵੇ ਵਰਕਰ ਦੇ ਰੂਪ 'ਚ ਕੰਮ ਕਰਨਾ ਹੈ, ਤੇ ਉਹ ਸਾਡਾ ਫਰਜ਼ ਹੈ ਜੀ। ਤੇ ਤੁਸੀਂ ਇਹ ਦੱਸੋ ਕਿ ਕੱਲ ਜਦੋਂ ਪਤਾ ਲੱਗਿਆ, ਜਦੋਂ AICC ਵੱਲੋਂ ਅਨਾਉਂਸਮੈਂਟ ਹੋਈ ਹੈ, ਪ੍ਰੈਸ ਰਿਲੀਜ਼ ਆਉਂਦੀ ਹੈ, ਉਦੋਂ ਤੁਸੀਂ ਕਿੱਥੇ ਸੀ ਉਸ ਟਾਈਮ, ਤੇ ਫਿਰ ਕਿਵੇਂ ਦਾ ਮਹਿਸੂਸ ਕਿਵੇਂ ਦਾ ਹੋਇਆ ਜਦੋਂ ਪਹਿਲੀ ਵਾਰ ਪਤਾ ਲੱਗਿਆ? ਮੈਂ ਕੁਦਰਤੀ ਤੌਰ ਤੇ ਮੈਂ ਆਪਣੀ ਕੌਂਸਟੀਚੁਐਂਸੀ ਸੀਗਾ, ਪਿੰਡਾਂ ਦੇ ਵਿੱਚ ਸੀਗਾ, ਤੇ ਜਦੋਂ ਮੇਰੇ ਉੱਥੇ ਪਿੰਡ ਹੈਗਾ ਸੁਹਾਗੜੀ ਹੈ, ਪੰਡਰਾਲੀ ਹੈ, ਹੁਸੈਨਪੁਰਾ ਆ, ਮੈਂ ਉਹਨਾਂ ਪਿੰਡਾਂ ਦਾ ਇੱਕ ਚਨਾਤਰ ਖੁਰਦਾ, ਉੱਥੇ ਆਪਣੇ ਸਰਪੰਚਾਂ ਦੇ ਨਾਲ ਮੀਟਿੰਗਸ ਕਰ ਰਿਹਾ ਸੀਗਾ। ਕੁਛ ਅਫਸੋਸ ਦੇ ਉੱਤੇ 1-2 ਥਾਵਾਂ ਤੇ ਗਿਆ ਸੀਗਾ। ਆਉਂਦਾ ਮੈਂ ਸਾਡੇ ਉੱਥੇ ਬਹੁਤ ਹੀ ਇੱਕ ਸਤਿਕਾਰਿਤ ਧਾਰਮਿਕ ਡੇਰਾ ਆ, ਬਾਬਾ ਬੀਰਮਦਾਸ ਜੀ ਦਾ ਡੇਰਾ, ਤੇ ਮੈਂ ਉੱਥੇ ਨਤਮਸਤਕ ਹੋਣ ਚਲਾ ਗਿਆ। ਕੋਈ ਤਕਰੀਬਨ ਮੇਰੇ ਖਿਆਲ ਦੇ ਵਿੱਚ 8-8:45 ਵਜੇ ਦਾ ਸਮਾਂ ਹੋਣਾ, ਤੇ ਮੈਂ ਉੱਥੇ ਸਾਡੇ ਸੰਤ ਮਹਾਂਪੁਰਸ਼ ਨੇ ਜਿਹੜੇ, ਉੱਥੇ ਉਹਨਾਂ ਦੇ ਕੋਲ ਬੈਠਾ ਸੀ, ਤੇ ਉਦੋਂ ਫੋਨ ਵੱਜਣੇ ਸ਼ੁਰੂ ਹੋਏ। ਨਾਗਰਾ ਸਾਹਿਬ, ਹੁਣ ਤੱਕ ਜਿਵੇਂ ਤੁਸੀਂ MLA ਸੀਗੇ ਇੱਕ ਆਪਦੇ, ਜਿਵੇਂ ਕੱਲ ਵੀ ਤੁਸੀਂ ਦੱਸਿਆ, ਕੱਲ ਤੱਕ ਤੁਸੀਂ ਪਿੰਡਾਂ ਦੇ ਦੌਰੇ ਕਰ ਰਹੇ ਸੀ ਆਪਣੇ ਹਲਕੇ ਵਿੱਚ, ਹੁਣ ਤੁਸੀਂ ਪੰਜਾਬ ਦੀ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ ਦੀ ਤੁਹਾਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਸੋ ਹੁਣ ਕਿਵੇਂ ਜਿਹੜੇ ਹੈ ਪਲਾਨ ਅਗਲੇ ਕੀ ਨੇ, ਕਿਉਂਕਿ ਇੱਕਦਮ ਜਿਹੜੀ ਜ਼ਿੰਮੇਵਾਰੀ ਕਾਫੀ ਵੱਡੀ ਪੈ ਗਈ, ਸੋ ਕਿਵੇਂ ਸਾਰਾ ਮੈਨੇਜ ਕਰਨ ਜਾ ਰਹੇ ਹੋ? ਨਹੀਂ, ਜ਼ਿੰਮੇਵਾਰੀ ਤਾਂ ਵੱਡੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਸੀਗੀਆਂ। ਮੈਂ 3 ਸਟੇਟਾਂ ਦਾ ਇੰਚਾਰਜ ਸੀਗਾ, ਸਿੱਕਮ, ਤ੍ਰਿਪੁਰਾ ਤੇ ਨਾਗਾਲੈਂਡ ਦਾ, CWC ਦਾ ਮੈਂਬਰ ਸੀਗਾ। ਜ਼ਿੰਮੇਵਾਰੀਆਂ ਤਾਂ ਪਹਿਲਾਂ ਵੀ ਵੱਡੀਆਂ ਸੀਗੀਆਂ ਹੀ ਕੋਲ। ਉਸ ਤੋਂ ਬਿਨਾਂ ਬਹੁਤ ਸਾਰੀਆਂ ਕਮੇਟੀਆਂ ਦਾ ਚੇਅਰਮੈਨ ਤੇ ਮੈਂਬਰ ਵੀ, ਔਰ ਉਹਦੇ ਨਾਲ ਕਈ ਹੋਰ ਜਿਹੜੇ ਜਨਤਕ ਤੌਰ ਤੇ ਸਮਾਜਿਕ ਜਥੇਬੰਦੀਆਂ ਨਾਲ, ਧਾਰਮਿਕ ਜਥੇਬੰਦੀਆਂ ਨਾਲ ਜੁੜਿਆ ਹੋਇਆ। ਇਹ ਜਿਹੜਾ ਹੈਗਾ, ਜਦੋਂ ਵੀ ਕੋਈ ਜ਼ਿੰਮੇਵਾਰੀ ਮਿਲਦੀ ਹੈਗੀ ਹੈ ਤੁਹਾਡੇ, ਕਿਉਂਕਿ ਕੁਲਜੀਤ ਸਿੰਘ ਨਾਗਰਾ ਇਕੱਲਾ ਕੁਛ ਨਹੀਂ ਹੈਗਾ, ਮੇਰੇ ਨਾਲ ਜਿਹੜੇ ਮੇਰੇ ਸਾਥੀ ਨੇ, ਜਿਹੜੇ ਮੈਨੂੰ ਪਿਆਰ ਕਰਦੇ ਨੇ, ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਂਦਾ, ਮੇਰੇ ਦੋਸਤ ਕਾਲਜ, ਯੂਨੀਵਰਸਿਟੀ ਦੇ, ਮੇਰੇ ਯੂਥ ਕਾਂਗਰਸ ਦੇ ਟਾਈਮ ਦੇ, ਮੇਰੇ ਹਲਕੇ ਦੇ ਜਿਹੜੇ ਮੇਰੇ ਸਾਥੀ ਨੇ, ਮੇਰਾ ਪਰਿਵਾਰ, ਮੇਰੀ ਧਰਮ ਪਤਨੀ, ਮਤਲਬ ਸਾਰਿਆਂ ਦਾ ਇੱਕ ਐਡਾ ਕੁ ਸਾਥ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਕੰਮ ਮੈਂ ਕਰ ਕਿਵੇਂ ਜਾਂਦਾ ਆ। ਮੈਨੂੰ ਤਾਂ ਆਪਣੇ ਆਪ ਨੂੰ ਨਹੀਂ ਸਮਝ ਲੱਗਦੀ। ਪਰਮਾਤਮਾ ਜਦੋਂ ਤੁਹਾਡੇ ਨਾਲ ਹੈ, ਪਰ ਇੱਕ ਚੀਜ਼ ਹੈ ਕਿ ਤੁਸੀਂ ਇਮਾਨਦਾਰੀ ਤੇ ਸੱਚਾਈ ਤੇ ਖੜ ਕੇ ਅਸੂਲਾਂ ਨਾਲ ਜਦੋਂ ਤੁਸੀਂ ਕਰਦੇ ਹੋ, ਤੁਹਾਨੂੰ ਕਿਸੇ ਚੀਜ਼ ਦੀ ਥੋਟ ਹੀ ਨਹੀਂ ਆਉਂਦੀ। ਨਾ ਤੁਹਾਨੂੰ ਪੈਸੇ ਦਾ ਥੋੜ ਆਉਂਦੀ ਹੈ, ਨਾ ਤੁਹਾਨੂੰ ਕਿਸੇ ਤਰ੍ਹਾਂ ਦੇ ਇਹ ਲੱਗਦਾ ਕਿ ਤੁਹਾਡੇ ਕੋਲ ਮੈਨ ਪਾਵਰ ਹੈ ਨਹੀਂ, ਨਾ ਤੁਹਾਨੂੰ ਇਹ ਪਤਾ ਲੱਗਦਾ ਕਿ ਨਾ ਤੁਹਾਡੇ ਕੋਲ ਕੋਈ ਰਿਸੋਰਸ ਹੈ ਨਹੀਂਗਾ। ਮੈਨੂੰ ਤਾਂ ਕਦੀ ਮਹਿਸੂਸ ਹੀ ਨਹੀਂ ਹੋਇਆ। ਮੈਂ 2 ਇਲੈਕਸ਼ਨਾਂ ਲੜੀਆਂ ਨੇ, ਕਦੀ ਮੈਨੂੰ ਪਤਾ ਨਹੀਂ ਲੱਗਿਆ ਵੀ ਪੈਸਾ ਕਿੱਥੋਂ ਆ ਗਿਆ। ਮੇਰੇ ਕੋਲੋਂ ਕਦੀ ਪੈਸਾ ਵੀ ਨਹੀਂ ਸੀ ਲੱਗਿਆ, ਮੇਰੇ ਆਪਣੇ ਕੋਲੋਂ ਕਦੀ ਕੋਈ ਪੈਸਾ ਨਹੀਂ ਲੱਗਿਆ। ਮੇਰੇ ਸਾਥੀ ਆਉਂਦੇ ਆ, ਲੋਕ ਆਉਂਦੇ ਆ, ਆਪਣੇ ਆਪ ਇਲੈਕਸ਼ਨ ਲੜਦੇ ਆ। ਮੇਰਾ ਤਾਂ ਸਿਰਫ ਪਿੰਡਾਂ ਦੇ ਵਿੱਚ ਜਾਣ ਦਾ ਹੁੰਦਾ। ਮੈਂ ਇੰਨੀ ਸਿਆਸਤ ਕੀਤੀ ਹੈ। ਮੈਂ ਕਦੀ ਘਰਦਿਆਂ ਨੂੰ, ਕਦੀ ਆਪਣੇ ਪਿਓ ਨੂੰ ਤੰਗ ਨਹੀਂ ਕੀਤਾ, ਮੈਂ ਕਦੀ ਆਪਣੇ ਭਰਾਵਾਂ ਨੂੰ ਤੰਗ ਨਹੀਂ ਕੀਤਾ, ਮੈਂ ਕਦੀ ਕੋਈ ਜ਼ਮੀਨ ਨਹੀਂ ਵੇਚੀ। ਸਿਆਸਤ ਜਦੋਂ ਅਸੂਲਾਂ ਤੇ
ਖੜੇ ਹੋ ਕੇ ਕਰੋ, ਸੱਚਾਈ ਤੇ ਇਮਾਨਦਾਰੀ ਤੇ ਖੜੇ ਹੋ ਕੇ ਕਰੋ ਤਾਂ ਕੁਦਰਤ ਤੁਹਾਡਾ ਸਾਥ ਦਿੰਦੀ ਹੈ। ਕੁਦਰਤ ਲੋਕਾਂ 'ਚ ਵੱਸਦੀ ਹੈ ਤੇ ਲੋਕ ਤੁਹਾਡੇ ਨਾਲ ਆ ਕੇ ਇਦਾਂ ਖੜੇ ਹੋ ਜਾਂਦੇ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਜਿਹੜੀ ਚੀਜ਼ ਤੁਹਾਨੂੰ ਮੁਸੀਬਤ ਲੱਗ ਰਹੀ ਹੁੰਦੀ ਉਹ ਸਭ ਤੋਂ ਸੌਖੀ ਹੋ ਜਾਂਦੀ ਹੈ। ਨਾਗਰਾ ਸਾਹਿਬ, ਜਿਹੜੇ ਤੁਹਾਡੇ ਨਾਲ ਹੋਰ ਜਿਹੜੇ 3 ਵਰਕਿੰਗ ਪ੍ਰੈਜ਼ੀਡੈਂਟ ਚੁਣੇ ਗਏ ਨੇ, ਸੰਗਤ ਜੀ ਹੋਣ, ਡੈਨੀ ਜੀ ਹੋਣ, ਕਮਲ ਗੋਇਲ ਜੀ ਹੋਣ, ਉਹਦੇ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਤਾਂ, ਸੋ ਇਹਨਾਂ ਸਾਰਿਆਂ ਨਾਲ ਤਾਲਮੇਲ ਤੁਹਾਡਾ ਕਿਵੇਂ ਦਾ, ਤੇ ਇਹ ਵੀ ਦੱਸੋ ਕੋਈ ਗੱਲਬਾਤ ਹੋਈ ਹੈ ਰਾਤ ਤੋਂ ਲੈ ਕੇ ਹੁਣ ਤੱਕ? ਸਾਰਿਆਂ ਨਾਲ ਗੱਲਬਾਤ ਹੋਈ ਹੈ ਔਰ ਜਿਹੜੇ ਬਹੁਤ ਵਧੀਆ ਆਪਣੇ ਥਾਂ ਦੇ ਉੱਤੇ। ਦੇਖੋ, ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ, ਪਾਰਟੀ ਨੇ ਵਰਕਰ ਦੀ ਪਛਾਣ ਕੀਤੀ ਹੈ ਔਰ ਉਸ ਵਰਕਰ ਦੀ ਪਛਾਣ ਕੀਤੀ ਹੈ ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦਾ ਬੰਦਾ ਕਾਂਗਰਸ ਬੰਦਾ ਹੈ। ਜਿਹੜੇ ਕਾਂਗਰਸ ਦੇ ਬੰਦੇ ਸੀ ਨਾ, ਉਹਨਾਂ ਦੀ ਪਛਾਣ ਹੋਈ ਹੈ। ਜਦੋਂ ਤੁਸੀਂ ਮਾਰੋਗੇ ਨਾ ਤੇ ਤੁਸੀਂ ਸੋਚਦੇ ਹੋ ਕਿ ਯਾਰ ਇਹ ਵੀ ਕਿਤੇ, ਕਿਉਂਕਿ ਕਾਂਗਰਸ ਦੇ ਹਰ ਇੱਕ ਦਾ ਜਦੋਂ ਤੁਸੀਂ ਯੋਗਦਾਨ ਪਾਰਟੀ ਲਈ ਦੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿੱਡਾ ਵੱਡਾ ਬੰਦਾ ਹੈ। ਕਈ ਵਾਰੀ ਅਹੁਦਾ ਲੱਗਣ ਤੋਂ ਬਾਅਦ ਬੰਦਾ ਵੱਡਾ ਹੁੰਦਾ ਹੈ, ਪਰ ਉਦੋਂ ਪਹਿਲਾਂ ਉਹ ਬਹੁਤ ਵੱਡਾ ਪਹਿਲਾਂ ਹੀ ਹੁੰਦਾ ਹੈ। ਅਹੁਦਾ ਤਾਂ ਉਹਦੇ ਵਾਸਤੇ ਇੱਕ ਸਿੰਬੋਲਿਕ ਹੁੰਦਾ ਹੈ। ਜਿਨ੍ਹਾਂ ਨੇ ਸੰਗਤ ਸਿੰਘ ਗਿਲਜੀਆ ਜੀ ਨੇ ਕਿੰਨਾ ਕੰਮ ਕੀਤਾ ਆ, ਡੈਨੀ ਨੇ ਤੇ ਉਹਨਾਂ ਦੇ ਪਰਿਵਾਰ ਨੇ ਕਿੰਨਾ ਪਾਰਟੀ ਦਾ ਕੰਮ ਕੀਤਾ ਆ, ਗੋਇਲ ਸਾਹਿਬ ਦਾ ਪਰਿਵਾਰ ਦੀ ਕਿੱਡੀ ਵੱਡੀ ਉਹ ਹੈਗੀ ਹੈ ਕੁਰਬਾਨੀ ਹੈ। ਸੋ ਇਸ ਕਰਕੇ ਕੋਈ ਵੀ ਇਹੋ ਜਿਹਾ, ਮਤਲਬ ਤੁਸੀਂ ਦੇਖੋਗੇ ਕਿ ਪਾਰਟੀ ਨੇ, ਜਿਹੜੀ ਅਕਸਰ ਪਾਰਟੀਆਂ 'ਚ ਗੱਲ ਹੁੰਦੀ ਹੈ ਕਿ ਵਰਕਰ ਕਿੱਥੇ ਹੈ, ਅੱਜ ਵਰਕਰ ਲੀਡਰ ਬਣ ਗਏ। ਸਾਹਿਬ, ਇਹ ਵੀ ਤੁਸੀਂ ਦੱਸੋ, ਆਪਦੀ ਲਾਈਫ ਬਾਰੇ ਤੁਸੀਂ ਦੱਸ ਵੀ ਰਹੇ ਸੀਗੇ ਕਿ ਸਿਆਸੀ ਬੈਕਗ੍ਰਾਉਂਡ ਨਹੀਂ ਸੀ, ਫਿਰ ਜਿਵੇਂ ਕਾਲਜ ਤੋਂ ਲੈ ਕੇ ਜਿਵੇਂ ਤੁਸੀਂ ਐਕਟਿਵ ਹੋਏ ਹੁਣ ਤੱਕ ਕੰਮ ਜਾਰੀ ਹੈ। ਥੋੜਾ ਸ਼ਾਰਟ ਦੇ ਵਿੱਚ ਆਪਣੀ ਲਾਈਫ ਬੈਕਗ੍ਰਾਉਂਡ ਬਾਰੇ ਵੀ ਦੱਸੋ। ਪਰਿਵਾਰ 'ਚ ਕੀ ਬੈਕਗ੍ਰਾਉਂਡ ਸੀ, ਕਿਵੇਂ ਦਾ ਮਾਹੌਲ ਸੀ, ਕਿੰਨਾ ਚੀਜ਼ਾਂ ਨੇ ਇਨਸਪਾਇਰ ਕੀਤਾ ਤੁਹਾਨੂੰ ਸਿਆਸਤ 'ਚ ਆਉਣ ਲਈ, ਤੇ ਫਿਰ ਕਾਲਜ ਤੋਂ ਲੈ ਕੇ ਜਾਂ ਸਕੂਲ ਕਾਲਜ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਵੇਂ ਰਿਹਾ ਥੋੜਾ, ਇਹ ਵੀ ਸ਼ਾਰਟ 'ਚ ਦੱਸੋ। ਮੇਰੇ ਦਾਦਾ ਜੀ ਬਹੁਤ ਅਸੂਲ ਵਾਲੇ ਬੰਦੇ ਸੀ। ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਤੋਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ, ਔਰ ਉਹਨਾਂ ਬਹੁਤ ਅਸੂਲ ਵਾਲੇ ਔਰ ਧਾਰਮਿਕ ਖਿਆਲਾਂ ਦੇ ਬੰਦੇ ਸੀ। ਮੇਰੇ ਮਦਰ ਵੀ, ਮੇਰੇ ਵੱਡੇ ਬ੍ਰਦਰ ਜਿਹੜੇ ਨੇ ਉਹ ਦੋਨੋਂ ਮਤਲਬ ਯੂਨੀਨਿਸਟ ਸੀ। ਜਦੋਂ ਪ੍ਰਿਥੀਪਾਲ ਰੰਧਾਵਾ ਜੀ ਦਾ ਸਮਾਂ ਸੀਗਾ ਤੇ ਮੇਰੇ ਸਭ ਤੋਂ ਵੱਡੇ ਬ੍ਰਦਰ ਜਿਹੜੇ ਸੀ, ਉਹਨਾਂ ਦੇ ਸਭ ਤੋਂ ਦੂਸਰੇ ਤੀਸਰੇ ਨੰਬਰ ਦੇ ਸਾਥੀ ਸੀਗੇ PSU ਦੇ ਬਣੇ ਸੀ। ਜੇ ਤੁਸੀਂ ਤੁਹਾਡੇ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ। ਮੇਰੇ ਦੂਜੇ ਬ੍ਰਦਰ ਵੀ ਜਿਹੜੇ ਸੀ, ਇਲੈਕਟ੍ਰਿਸਿਟੀ ਬੋਰਡ ਦੀ ਯੂਨੀਅਨ ਦੇ ਚੰਡੀਗੜ੍ਹ ਦੇ ਵਿੱਚ ਲੀਡਰ ਸੀ। ਸੋ ਘਰ ਦੇ ਵਿੱਚ ਹਮੇਸ਼ਾ ਇਹ ਚੱਲਦੀ ਸੀ। ਧਾਰਮਿਕ ਖਿਆਲਾਂ ਦੇ ਹੋਣ ਦੇ ਨਾਤੇ ਹਰ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ, ਭਗਤ ਸਿੰਘ ਜੀ ਦੀਆਂ ਗੱਲਾਂ, ਮਤਲਬ ਹਰ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਚੱਲਦੀਆਂ ਸੀਗੀਆਂ। ਆਜ਼ਾਦੀ ਦੇ ਵਿੱਚ ਪਾਰਟੀਸ਼ਨ 'ਚੋਂ ਪਰਿਵਾਰ ਉੱਜੜ ਕੇ ਆਇਆ ਸੀਗਾ। ਜਲਿਆਂਵਾਲੇ ਬਾਗ ਦੇ ਸਾਕੇ ਦਾ ਸਾਨੂੰ ਸਾਡੇ ਦਾਦਾ ਜੀ ਦੱਸਿਆ ਕਰਦੇ ਸੀਗੇ। ਸੋ ਪ੍ਰਭਾਵਿਤ ਜਿਹੜਾ ਸੀਗਾ ਉਸ ਚੀਜ਼ਾਂ ਤੋਂ ਹੁੰਦਾ ਹੋਇਆ। ਸਭ ਤੋਂ ਵੱਡੀ ਗੱਲ ਜਿਹੜੀ ਇੱਕ ਸੀਗੀ ਕਿ ਅਕਸਰ ਮੇਰੇ ਫਾਦਰ ਸਾਹਿਬ ਕਿਹਾ ਕਰਦੇ ਸੀਗੇ ਕਿ ਜਿਹੜਾ ਭਗਤ ਸਿੰਘ ਹੈ, ਹਰ ਕੋਈ ਕਹਿੰਦਾ ਗੁਆਂਢੀਆਂ ਦੇ ਘਰ ਜੰਮੇ, ਆਪਣੇ ਮੁੰਡੇ ਨੂੰ ਕੋਈ ਭਗਤ ਸਿੰਘ ਨਹੀਂ ਬਣਾਉਣਾ ਚਾਹੁੰਦਾ। ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਇਸ ਲਾਈਨ 'ਚ ਆਉਣਾ ਚਾਹੁੰਦਾ ਹਾਂ, ਉਹਨਾਂ ਨੇ ਮੈਨੂੰ ਕਿਹਾ ਸੀ ਵੀ 5 ਵਾਰੀ ਸੋਚ ਲੈ, ਤੂੰ ਤਾਂ ਇੱਕ ਸਧਾਰਨ ਪਰਿਵਾਰ ਦਾ, ਤੇਰੇ ਕੋਲੇ ਤਾਂ ਪੈਸਾ ਵੀ ਹੈ ਨਹੀਂ, ਤੇਰੇ ਕੋਲੇ ਤਾਂ, ਮੈਂ ਤਾਂ ਕਦੀ ਪਿੰਡ ਦਾ ਪੰਚ ਵੀ ਨਹੀਂ ਬਣਿਆ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਨਹੀਂ। ਇੱਕੋ ਗੱਲ ਉਹਨਾਂ ਨੇ ਕਹੀ ਸੀਗੀ ਕਿ ਮੇਰੀ ਚਿੱਟੀ ਪੱਗ ਨੂੰ ਦਾਗ ਨਾ ਲੱਗੇ, ਔਰ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਕੀਤੀ। ਫਤਿਹਗੜ੍ਹ ਸਾਹਿਬ, ਭੋਰਾ ਸਾਹਿਬ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਥਾਨ ਤੇ ਜਦੋਂ ਮੈਂ ਟਿਕਟ ਲੈ ਕੇ ਆਇਆ ਸੀ, ਇੱਕੋ ਹੀ ਅਰਦਾਸ ਕੀਤੀ ਸੀਗੀ, ਸੱਚੇ ਪਾਤਸ਼ਾਹ ਮੈਂ ਇੰਨੇ ਯੋਗ ਨਹੀਂ ਸੀ ਜਿੱਥੇ ਤੂੰ ਮੈਨੂੰ ਲੈ ਕੇ ਆਇਆ, ਪਰ ਮੈਨੂੰ ਜਿਤਾਇਓ ਤਾਂ ਜੇ ਮੈਨੂੰ ਚੋਰ, ਡਾਕੂ ਤੇ ਲੁਟੇਰਾ ਨਹੀਂ ਬਣਾਉਣਾ। ਸੋ ਗੁਰੂ ਮਹਾਰਾਜ ਦੀ ਕਿਰਪਾ ਆ, ਤੁਹਾਡੇ ਸਾਹਮਣੇ ਹੈ। ਤੁਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਦੇਖਦੇ ਹੋ, ਵਿਚਰਦੇ ਹੋ, ਸੁਣਦੇ ਹੋ। ਪਰਮਾਤਮਾ ਦੀ ਬਹੁਤ ਕਿਰਪਾ ਆ। ਨਾਗਰਾ ਸਾਹਿਬ, ਆਖਰੀ 'ਚ ਇਹ ਵੀ ਪੁੱਛਾਂਗੇ, ਜਿਵੇਂ ਜੋ ਕੁਝ ਚੱਲ ਰਿਹਾ ਸੀ ਕਾਂਗਰਸ ਦੇ ਵਿੱਚ ਹੁਣ ਤੱਕ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਆਮਣੋ ਸਾਹਮਣੇ ਨਜ਼ਰ ਆ ਰਹੇ ਸੀਗੇ, ਪਰ ਅੱਜ ਵੀ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਕਿਹਾ ਕਿ ਜਦੋਂ ਪਤਾ ਲੱਗਿਆ ਕਿ ਮੈਂ ਸਵਾਗਤ ਕਰਦਾ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣੇ ਜਾਣ ਤੇ ਮੈਂ ਉਮੀਦ ਕਰਦਾ ਕਿ ਜੋ ਵੀ ਦੋਵਾਂ ਦੇ ਵਿੱਚ ਸੀਗਾ ਉਹ ਸਭ ਦੂਰ ਹੋ ਜੇ ਤੇ ਜਿਹੜਾ ਕਾਂਗਰਸ ਆ ਜਿਹੜੀ ਪਹਿਲਾਂ ਤਰ੍ਹਾਂ ਇੱਕ ਹੋ ਕੇ ਸਾਰੇ ਇਕੱਠੇ ਹੋ ਕੇ ਚੱਲਣ। ਤੁਸੀਂ ਕਿਵੇਂ ਸੋਚ ਰਹੇ? ਕੁਛ ਵੀ ਨਹੀਂ ਸੀਗਾ, ਮੈਂ ਤਾਂ ਕਦੀ ਕੁਝ ਦੇਖਿਆ ਹੀ ਨਹੀਂ। ਤੁਹਾਨੂੰ ਮੈਂ ਦੱਸਦਾ, ਇਹ ਪਾਰਟੀ ਹੁਣ ਠੀਕ ਹੈ, ਸੋਸ਼ਲ ਮੀਡੀਆ ਤੇ ਮੀਡੀਆ ਇੰਨਾ ਸਟਰੋਂਗ ਹੈ ਕਿ ਇੱਕ ਛੋਟੀ ਜਿਹੀ ਚੀਜ਼ ਨੂੰ ਵੀ ਮਤਲਬ ਜਿਹੜਾ ਹੈਗਾ ਆ ਉਹ ਸੋਰਸਿਸ ਦੇ ਆਧਾਰ ਦੇ ਉੱਤੇ ਰੋਜ਼ ਖਬਰ ਤਾਂ ਬਣਨੀ ਚਾਹੀਦੀ ਹੈ ਨਾ। ਬਾਕੀ ਤੁਹਾਡੇ ਵਾਲੀ ਜਿਹੜੀ ਇਹ ਸਿਆਸੀ ਗੱਲ ਹੈਗੀ ਹੈ, 2 ਦਿਨਾਂ ਬਾਅਦ ਸਿਆਸੀ ਸਾਰੀਆਂ ਗੱਲਾਂ ਕਰਾਂਗੇ, ਪਰ ਪਾਰਟੀ ਦੀਆਂ ਅੰਦਰੂਨੀ ਗੱਲਾਂ, ਅੰਦਰੂਨੀ ਕਈ ਜੋ ਚੀਜ਼ਾਂ ਹੈਗੀਆਂ ਨੇ, ਮੇਰੀ ਇੱਕ ਆਦਤ ਹੈ ਕਿ ਮੈਂ ਕਦੀ ਕਿਸੇ ਮੀਡੀਆ ਵਾਲੇ ਨੂੰ ਜਾਂ ਬਾਹਰ
ਨਹੀਂ ਕੀਤੀ। ਮੇਰੇ ਕੋਲੇ ਬਹੁਤ ਬਹੁਤ ਕੁਝ ਮੈਂ ਪਾਰਟੀ ਦੇ ਵਿੱਚ ਅੰਦਰ ਜਦੋਂ ਬੈਠ ਕੇ ਵਿਚਰਦੇ ਹਾਂ, ਹੁਣ ਮੈਂ ਪਰਿਵਾਰ ਦੀਆਂ ਗੱਲਾਂ, ਮੇਰੀ ਧਰਮ ਪਤਨੀ ਨਾਲ ਕੀ ਹੋ ਰਹੀਆਂ, ਮੇਰੇ ਬੱਚਿਆਂ ਨਾਲ ਕੀ ਹੋ ਰਹੀਆਂ ਨੇ, ਬਾਹਰ ਨਹੀਂ ਕਰ ਸਕਦਾ। ਤਾਂ ਪਾਰਟੀ ਵੀ ਮੇਰਾ ਪਰਿਵਾਰ ਹੈ ਤੇ ਮੈਂ ਆਪਣੀ ਪਰਿਵਾਰ ਦੀ ਗੱਲ ਬਾਹਰ ਕਰਨ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦੇ ਬਾਰੇ 'ਚ ਸੋਚਾਂ। ਸੋ ਇਸ ਕਰਕੇ ਇਹ ਮੇਰੀ ਮਰਿਆਦਾ ਆ। ਅੱਜ ਤੱਕ ਕਦੀ ਨਾ ਮੈਂ ਕਦੀ ਗੱਲ ਕੀਤੀ ਹੈ। ਪਾਰਟੀ ਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਡਿਸਕਸ਼ਨ ਹੋਣਾ, ਅੰਦਰੂਨੀ ਤੌਰ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ, ਇੱਕ ਦੂਜੇ ਦੇ ਫੋਰ ਤੇ ਅਗੇਂਸਟ ਹੋਣਾ, ਇਹ ਤਾਂ ਨੈਚੁਰਲ ਹੈ। ਜੇ ਤੁਸੀਂ ਨਹੀਂ ਇਦਾਂ ਕਰੋਗੇ ਤਾਂ ਫਿਰ ਤੁਹਾਡੇ ਕੋਲੋਂ ਕਿਵੇਂ ਮੱਖਣ ਤਾਂ ਰਿੜਕ ਕੇ ਹੀ ਬਾਹਰ ਆਉਣਾ ਆ। ਸੋ ਇਸ ਰਿੜਕੇ ਨੂੰ ਸਾਡੀ ਕੋਈ ਦੂਜੀ ਤਰ੍ਹਾਂ ਦੀ ਲੜਾਈ ਨਾ ਸਮਝੋ। ਕਾਂਗਰਸ ਜਦੋਂ ਲੜਦੀ ਹੈ ਇਕੱਠੇ ਹੋ ਕੇ ਲੜਦੀ ਹੈ। 2017 ਨਹੀਂ ਦੇਖਿਆ ਤੁਸੀਂ, 2012 ਨਹੀਂ ਦੇਖਿਆ ਤੁਸੀਂ, 2002 ਨਹੀਂ ਦੇਖਿਆ ਤੁਸੀਂ। ਕਾਂਗਰਸ ਤਾਂ ਇਕੱਠੇ ਹੋ ਕੇ ਲੜਦੀ ਹੈ। ਇਹ ਤਾਂ ਐਵੇਂ ਭੁਲੇਖਾ ਆ ਕਿਸੇ ਨੂੰ, ਆਉਣ ਵਾਲੇ ਦਿਨਾਂ 'ਚ ਵੀ ਦੇਖੋਗੇ ਤੁਸੀਂ। ਧੰਨਵਾਦ। ਆਖਰੀ ਸਵਾਲ ਜੀ, 2022 ਚ ਜਿਹੜੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਨੇ, ਕੀ ਲੱਗਦਾ ਹੁਣ ਪੋਜੀਸ਼ਨ ਕਿਵੇਂ ਆ? ਕਿਉਂਕਿ ਵਿਰੋਧੀ ਧਿਰਾਂ ਕਹਿ ਰਹੀਆਂ ਸੀ ਕਿ ਕਾਂਗਰਸ 'ਚ ਸ਼ਾਇਦ ਉਨੀ ਗੱਲ ਨਹੀਂ ਰਹੀ, ਵੀਕ ਚੱਲ ਰਹੀ ਹੈ, ਸਾਨੂੰ ਫਾਇਦਾ ਮਿਲੇਗਾ। ਹੁਣ ਤੁਸੀਂ ਕੀ ਦੇਖਦੇ ਹੋ? ਤੁਹਾਡੇ ਹੱਥ ਜ਼ਿੰਮੇਵਾਰੀ ਵੀ ਵੱਡੀ ਪੈ ਗਈ, ਕਿੰਨੀਆਂ ਸੀਟਾਂ ਦੇਖਦੇ ਹੋ ਜਿਹੜੀਆਂ ਸ਼ਰਤੀਆਂ ਮਿਲਣਗੀਆਂ? ਬਾਬੂਸ਼ਾਹੀ ਨੂੰ ਸਭ ਕੁਝ ਪਤਾ ਹੈ, ਸਾਡੇ ਤੋਂ ਜ਼ਿਆਦਾ ਗਰਾਊਂਡ ਰਿਐਲਿਟੀ ਪਤਾ ਹੈ। ਅੱਜ ਗਰਾਊਂਡ ਰਿਐਲਿਟੀ ਇਹ ਹੈ ਕਿ ਜਿੱਥੇ ਕਾਂਗਰਸ 2017 ਚ ਸੀਗੀ ਉਹਦੇ ਤੋਂ ਉੱਪਰ ਜਾਊਗੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਕੁਲਜੀਤ ਸਿੰਘ ਨਾਗਰਾ ਨਾਲ ਗੱਲਬਾਤ ਕਰ ਰਹੇ ਸੀਗੇ, ਜਿਨ੍ਹਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ। ਇਹਨਾਂ ਦੇ ਨਾਲ ਨਾਲ ਸੰਗਤ ਸਿੰਘ ਗਿਲਜੀਆਂ ਹੋਣ, ਸੁਖਵਿੰਦਰ ਸਿੰਘ ਡੈਨੀ ਹੋਣ, ਪਵਨ ਗੋਇਲ ਹੋਣ, ਉਹ ਤਿੰਨ ਇਹਨਾਂ ਦੇ ਨਾਲ ਰਲ ਕੇ ਜਿਹੜੇ ਨੇ ਉਹ ਵੀ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਨਗੇ ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਮੋਹਾਲੀ ਤੋਂ ਹਰਸ਼ਬਾਬ ਸਿੰਘ ਸਿੱਧੂ ਦੀ ਰਿਪੋਰਟ, ਬਾਬੂ ਸ਼ਾਹੀ ਟਾਈਮਜ਼।